ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਵੀਡੀਓ 'ਚ ਗੱਲ ਕਰਾਂਗੇ ਇਲਾਂਟੇ ਮਾਲ ਦਾ ਸ਼ਹਿਰ ਚੰਡੀਗੜ੍ਹ ਦੀ, ਜਿਹਦੇ ਵਿੱਚ ਸਿਟਕੋ ਵਰਗੀ ਇੱਕ ਛੋਟੀ ਜੀ ਸਰਕਾਰੀ ਸੰਸਥਾ ਨੂੰ ਕੋਈ ਪੁੱਛਦਾ ਨਹੀਂ ਸੀ। ਪਰ ਥੈਂਕਸ ਟੂ ਰਾਜਨੀਤੀ ਅੱਜ ਸਿਟਕੋ ਇੱਕ ਬਹੁਤ ਵੱਡਾ ਮੁੱਦਾ ਬਣ ਕੇ, ਮੈਨੂੰ ਉਮੀਦ ਹੈ ਕਿ ਇਸ ਰਾਜਨੀਤੀ ਨਾਲ ਹੋ ਸਕਦਾ ਹੈ ਕਿ ਸਿਟਕੋ ਨੂੰ ਬਹੁਤ ਵੱਡੀ ਪਬਲਿਸਿਟੀ ਮਿਲੇਗੀ ਔਰ ਥੋੜਾ ਜਿਹਾ ਚੰਦ ਪੈਸਿਆਂ ਦਾ ਮੁਨਾਫਾ ਸਿਟਕੋ ਨੂੰ ਵੀ ਹੋ ਜਾਏਗਾ। ਗੱਲ ਕਰਾਂਗੇ ਸਿਟਕੋ ਦੇ ਮੁੱਦੇ ਦੀ। ਆਪਾਂ ਜਾਣਦੇ ਹਾਂ ਕਿ ਜਿਹੜਾ ਸਿਟਕੋ ਹੈ ਉਹ ਚੰਡੀਗੜ੍ਹ ਦੇ ਵਿੱਚ ਇੱਕ ਕੋਆਪਰੇਸ਼ਨ ਬਣੀ ਹੋਈ ਹੈ, ਜਿਹਦਾ ਕੰਮ ਹੈ ਚੰਡੀਗੜ੍ਹ ਦੇ ਵਿੱਚ ਇੰਡਸਟਰੀਅਲ ਐਂਡ ਟੂਰਿਜ਼ਮ ਦੀ ਡਿਵੈਲਪਮੈਂਟ ਕਰਨ ਦੇ ਲਈ ਇੱਕ ਕੋਆਪਰੇਸ਼ਨ। ਇਹ ਕੋਆਪਰੇਸ਼ਨ ਚਲਾਈ ਜਾਂਦੀ ਹੈ ਬੋਰਡ ਵੱਲੋਂ, ਬੋਰਡ ਆਫ ਡਾਇਰੈਕਟਰਸ ਵੱਲੋਂ, ਜਿਹਦੇ ਵਿੱਚ ਇੱਕ MD ਹੁੰਦਾ ਹੈ। ਵੀ ਆਲਸੋ ਨੋ ਕਿ ਜਦੋਂ ਭਾਰਤ ਦੀ ਵੰਡ ਹੋਈ ਸੀ, ਪਾਕਿਸਤਾਨ ਅਲੱਗ ਹੋ ਗਿਆ ਸੀ, ਤਾਂ ਪੰਜਾਬ ਦੇ ਦੋ ਟੁਕੜੇ ਹੋਏ ਸੀ ਔਰ ਪੰਜਾਬ ਦੀ ਰਾਜਧਾਨੀ ਲਾਹੌਰ ਉੱਥੇ ਰਹਿ ਗਈ ਸੀ ਪਾਕਿਸਤਾਨ ਦੇ ਵਿੱਚ। ਸੋ ਆਜ਼ਾਦ ਭਾਰਤ ਹੁੰਦਿਆਂ ਹੀ ਪੰਜਾਬ ਦੀ ਕੋਈ ਰਾਜਧਾਨੀ ਨਹੀਂ ਸੀ ਤੇ ਪੰਜਾਬ ਨੂੰ ਰਾਜਧਾਨੀ ਬਣਾ ਕੇ ਦੇਣੀ ਸੀ। ਇਸ ਕਰਕੇ ਚੰਡੀਗੜ੍ਹ ਸ਼ਹਿਰ ਡਿਵੈਲਪ ਕੀਤਾ ਗਿਆ। ਉਸ ਤੋਂ ਬਾਅਦ 1966 ਦੇ ਵਿੱਚ ਫਿਰ ਪੰਜਾਬ ਦੀ ਵੰਡ ਹੁੰਦੀ ਹੈ। ਪੰਜਾਬ 'ਚੋਂ ਹਰਿਆਣਾ ਨੂੰ ਅਲੱਗ ਸੂਬਾ ਬਣਾ ਦਿੱਤਾ ਜਾਂਦਾ। ਸੋ ਜਦੋਂ ਪੰਜਾਬ ਔਰ ਹਰਿਆਣਾ ਅਲੱਗ-ਅਲੱਗ ਹੋ ਗਏ, ਉਸ ਟਾਈਮ ਵੀ ਫਿਰ ਜਿਹੜੀ ਰਾਜਧਾਨੀ ਸੀ ਉਹ ਪੰਜਾਬ ਦੀ ਚੰਡੀਗੜ੍ਹ ਸੀ, ਪਹਿਲਾਂ ਸਾਂਝੇ ਪੰਜਾਬ ਦੀ। ਪਰ ਹਰਿਆਣਾ ਨੂੰ ਕਿਹੜੀ ਰਾਜਧਾਨੀ ਦੇਣੀ ਸੀ ਉਹ 'ਚ ਡਿਸਾਈਡ ਨਹੀਂ ਸੀ ਹੋਇਆ। ਸੋ ਜਿਹੜਾ ਚੰਡੀਗੜ੍ਹ ਹੈ ਉਹਨੂੰ ਇੱਕ ਡਿਸਪਿਊਟਡ ਜਿਹਾ ਏਰੀਆ ਵਿੱਚ ਰੱਖ ਕੇ ਬਣਾ ਦਿੱਤਾ ਗਿਆ ਔਰ ਸਾਂਝੀ ਰਾਜਧਾਨੀ ਬਣਾ ਦਿੱਤਾ ਹਰਿਆਣੇ ਦੀ ਔਰ ਪੰਜਾਬ ਦੀ। ਹੁਣ ਹਰਿਆਣੇ ਔਰ ਪੰਜਾਬ ਦੀ ਸਾਂਝੀ ਰਾਜਧਾਨੀ ਹੋਣ ਕਾਰਨ ਇੱਥੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਵੰਡ ਕਰ ਦਿੱਤੀ ਗਈ ਕਿ ਜਿਵੇਂ ਚੰਡੀਗੜ੍ਹ ਦੇ ਵਿੱਚ 60% ਜਿਹੜੇ ਇੰਪਲੋਈਜ਼ ਹੋਣਗੇ ਉਹ ਪੰਜਾਬ ਤੋਂ ਆਉਣਗੇ ਔਰ 40% ਹਰਿਆਣਾ ਤੋਂ ਆਉਣਗੇ, ਤਾਂ ਕਿ ਦੋਨੋਂ ਭਾਈ ਪੰਜਾਬ ਐਂਡ ਹਰਿਆਣਾ ਰਲ ਮਿਲ ਕੇ ਬੜੀ ਸ਼ਾਂਤੀ ਦੇ ਨਾਲ, ਬੜੇ ਵਧੀਆ ਢੰਗ ਦੇ ਨਾਲ, ਫੁੱਲ ਕੈਪੇਬਿਲਿਟੀ ਤੇ ਇਹ ਕੰਮ ਜਿਹੜਾ UT ਚੰਡੀਗੜ੍ਹ ਹੈ, ਚੰਡੀਗੜ੍ਹ ਨੂੰ ਸਾਂਭੀ ਰੱਖਣ। ਔਰ ਨਾਲ ਹੀ ਚੰਡੀਗੜ੍ਹ ਨੂੰ UT ਬਣਾਤਾ ਸੀ। UT ਦਾ ਮਤਲਬ ਆਪਾਂ ਜਾਣਦੇ ਹਾਂ ਕੇਂਦਰ ਸ਼ਾਸਿਤ ਪ੍ਰਦੇਸ਼, ਜਿਹੜਾ ਕਿ ਕੇਂਦਰ ਤੋਂ ਚੱਲਦਾ ਹੈ, ਸੈਂਟਰ ਦੀ ਸਰਕਾਰ ਉਹਦੀ ਐਡਮਿਨਿਸਟ੍ਰੇਸ਼ਨ ਨੂੰ ਦੇਖਦੀ ਹੈ। ਸੋ ਹੁਣ ਸਿਟਕੋ ਦੇ ਮੁੱਦੇ 'ਚ ਕੀ ਹੋਇਆ ਕਿ ਜਿਹੜਾ ਸਿਟਕੋ ਦਾ MD ਸੀ ਉਹ ਸ਼ੁਰੂ ਤੋਂ ਹੀ, ਜਦੋਂ ਵੀ 1974 ਤੋਂ ਸਿਟਕੋ ਬਣਿਆ ਆ, ਹੋਂਦ ਵਿੱਚ ਆਇਆ ਆ, ਉਸ ਟਾਈਮ ਸਿਟਕੋ ਨੂੰ ਹਮੇਸ਼ਾ ਹੀ ਪੰਜਾਬ ਕੈਡਰ ਦੇ ਆਫਿਸਰ ਨੂੰ, ਪੰਜਾਬ ਦੀ ਰੇਸ਼ੋ ਵਾਲੇ ਹੀ ਜਿਹੜਾ ਆਫਿਸਰ ਸੀ ਉਹੀ MD ਲਗਾਇਆ ਜਾ ਸਕਦਾ ਸੀ। ਪਰ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਕੀ ਕੀਤਾ ਕਿ ਜਿਹੜੇ ਪੰਜਾਬ ਤੋਂ IAS ਆਫਿਸਰ ਸੀ, ਜਿਹੜੇ MD ਸੀ ਸਿਟਕੋ ਦੇ, ਇੱਕ ਔਰਤ ਸੀ, ਮਹਿਲਾ ਸੀ, ਉਹਨਾਂ ਦਾ ਡੈਪੂਟੇਸ਼ਨ ਖਤਮ ਹੋਣ ਵਾਲੀ ਸੀ। ਸੋ ਉਹਨਾਂ ਦੀ ਡੈਪੂਟੇਸ਼ਨ 5 ਮਾਰਚ ਨੂੰ ਖਤਮ ਹੋ ਜਾਂਦੀ ਹੈ। ਤਾਂ ਉਸ ਜਗ੍ਹਾ ਤੇ ਇੱਕ UT ਐਡਮਿਨਿਸਟ੍ਰੇਸ਼ਨ ਨੇ UT ਕੈਡਰ ਦੇ IAS ਆਫਿਸਰ ਨੂੰ, IAS ਵੀ ਨਹੀਂ ਆ ਬੇਸਿਕਲੀ, ਆਪਾਂ ਬਾਅਦ 'ਚ ਗੱਲ ਕਰਾਂਗੇ, ਉਹਨਾਂ ਨੂੰ MD ਲਗਾ ਦਿੱਤਾ। ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਜਿਹੜੀ ਪੰਜਾਬ ਦੀ ਸਰਕਾਰ ਸੀ, ਪੰਜਾਬ ਸਰਕਾਰ ਨੂੰ ਅਸੀਂ 8 ਵਾਰੀ ਨੋਟਿਸ ਭੇਜਿਆ ਕਿ ਜਿਹੜਾ ਤੁਹਾਡਾ ਡੈਪੂਟੇਸ਼ਨ ਤੇ ਉੱਥੇ ਆਫਿਸਰ ਹੈ ਸਿਟਕੋ ਦੇ ਵਿੱਚ, ਉਹਦਾ ਜਿਹੜਾ ਕਾਰਿਆਕਾਲ ਆ ਉਹ ਸਮਾਪਤ ਹੋਣ ਵਾਲਾ, ਕਿਉਂਕਿ ਉਹਦੀ ਡੈਪੂਟੇਸ਼ਨ ਖਤਮ ਹੋਣ ਵਾਲੀ ਸੀ। 3 ਸਾਲ ਦੀ ਡੈਪੂਟੇਸ਼ਨ ਤੇ ਫਿਰ ਸਿਰਫ ਉੱਥੇ ਜਿਹੜੇ ਉਹ MD ਜਾਂਦੇ ਆ ਪੰਜਾਬ ਤੋਂ। ਤਾਂ ਉਹਨਾਂ ਨੇ ਅੱਗੇ ਕਾਰਵਾਈ ਦੇ ਲਈ ਉਹਨਾਂ ਨੇ ਪੁੱਛਿਆ ਕਿ ਤੁਸੀਂ ਆਪਣਾ ਪੈਨਲ ਭੇਜੋ। ਕਹਿੰਦੇ ਅਸੀਂ 8 ਰਿਮਾਈਂਡਰ ਭੇਜੇ, ਉਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਦਾ ਕੋਈ ਵੀ ਇੱਥੇ ਸਾਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ਕਰਕੇ ਅਸੀਂ, ਕਿਉਂਕਿ ਉਹ ਪਹਿਲੇ ਆਫਿਸਰ ਦਾ ਟਾਈਮ ਖਤਮ ਹੋ ਰਿਹਾ ਸੀ ਉੱਥੇ ਜੌਬ ਕਰਨ ਦਾ, ਇਸ ਕਰਕੇ ਅਸੀਂ ਆਪਣਾ ਆਫਿਸਰ ਇੱਥੇ ਲਗਾ ਦਿੱਤਾ, ਬਿਕੋਜ਼ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਸੀ, ਕਿਉਂਕਿ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਸੀ ਦਿੱਤਾ। ਹੁਣ ਗੱਲ ਆਉਂਦੀ ਹੈ ਕਿ ਇਹ ਜਿਹੜੇ ਰਿਮਾਈਂਡਰ ਉਹ ਕਹਿ ਰਹੇ ਨੇ UT ਐਡਮਿਨਿਸਟ੍ਰੇਸ਼ਨ ਕਿ ਅਸੀਂ 8 ਰਿਮਾਈਂਡਰ ਭੇਜੇ ਨੇ, ਉਹਦੀ ਇੱਕ ਵੀ ਕਾਪੀ ਇੰਟਰਨੈਟ ਤੇ ਕਿਤੇ ਵੀ ਗੂਗਲ ਕਰਦੇ ਹਾਂ ਤਾਂ ਆਪਾਂ ਨੂੰ ਨਹੀਂ ਮਿਲਦੀ। ਕਿਸੇ ਵੀ ਮੀਡੀਆ ਅਦਾਰੇ ਦੇ ਕੋਲ ਉਹ ਕਾਪੀ ਨਹੀਂ ਹੈ ਕਿ ਉਹ 8 ਰਿਮਾਈਂਡਰ ਜਿਹੜੇ ਲਿਖਤੀ ਰੂਪ 'ਚ ਪੱਤਰ ਭੇਜੇ ਸੀ ਉਹਨਾਂ ਦੀ ਕੋਈ ਕਾਪੀ ਦੇ ਦੇਣ, ਤਾਂ ਸ਼ਾਇਦ ਇਸ ਚੀਜ਼ ਨੂੰ ਇੱਥੇ ਮੈਂ ਦਾਅਵੇ ਦੇ ਨਾਲ ਇਸ ਚੀਜ਼ ਨੂੰ ਤੁਹਾਡੇ ਅੱਗੇ ਪੇਸ਼ ਕਰ ਸਕਦੀ ਹਾਂ। ਇਹਦਾ ਆਈਡੀਅਲ ਪ੍ਰੋਟੋਕਾਲ ਕੀ ਹੁੰਦਾ? ਉਹ ਇਹ ਹੁੰਦਾ ਕਿ ਜਦੋਂ ਪੰਜਾਬ ਤੋਂ ਡੈਪੂਟੇਸ਼ਨ ਤੇ ਗਏ, ਉਹਨਾਂ ਦਾ 3 ਸਾਲ ਦੀ ਡੈਪੂਟੇਸ਼ਨ ਸੀ, ਤਾਂ ਜਦੋਂ ਡੈਪੂਟੇਸ਼ਨ ਖਤਮ ਹੋਣ ਵਾਲੀ ਹੋਵੇ ਉਸ ਤੋਂ 3 ਮਹੀਨੇ ਪਹਿਲਾਂ ਹੀ ਅਗਲੇ ਬੰਦੇ ਨੂੰ ਉੱਥੇ ਭਰਤੀ ਕਰਨ ਦਾ, ਅਗਲੇ ਬੰਦੇ ਨੂੰ ਉੱਥੇ ਰੱਖਣ ਦਾ, MD ਦੀ ਪੋਸਟ ਤੇ ਬਿਠਾਉਣ ਦਾ ਕੰਮ ਸ਼ੁਰੂ ਹੋ ਜਾਂਦਾ। ਉਹ ਕਿੱਦਾਂ ਸ਼ੁਰੂ ਹੁੰਦਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ, ਕਿਉਂਕਿ ਇਹ ਜਿਹੜਾ ਕੈਡਰ ਸੀ, ਜੋ ਇਹ ਪੋਸਟ ਸੀ MD ਦੀ, ਇਹ ਪੰਜਾਬ ਕੈਡਰ ਤੋਂ ਹੀ ਜਾਣੀ ਸੀ। ਇਸ ਕਰਕੇ ਪੰਜਾਬ ਸਰਕਾਰ ਨੂੰ ਡੈਪੂਟੇਸ਼ਨ ਖਤਮ ਹੋਣ ਤੋਂ ਪਹਿਲਾਂ ਹੀ, 3 ਮਹੀਨੇ ਪਹਿਲਾਂ ਹੀ, ਮਤਲਬ ਮਾਰਚ ਦੇ ਵਿੱਚ ਡੈਪੂਟੇਸ਼ਨ ਖਤਮ ਹੋਣੀ ਸੀ। ਸੋ ਇਸ ਕਾਇਦੇ ਦੇ ਨਾਲ ਦਸੰਬਰ ਜਨਵਰੀ ਦੇ ਵਿੱਚ ਹੀ ਆਪਣਾ ਪੈਨਲ ਇਹਨਾਂ ਨੂੰ ਭੇਜ ਦੇਣਾ ਚਾਹੀਦਾ ਸੀ UT ਐਡਮਿਨਿਸਟ੍ਰੇਸ਼ਨ ਨੂੰ, ਤਾਂ ਕਿ ਉਸ ਪੈਨਲ 'ਚੋਂ ਫਰਦਰ ਸਿਲੈਕਸ਼ਨ ਹੋ ਸਕੇ। ਹੁਣ ਇਹ ਸਿਲੈਕਸ਼ਨ ਕਿੱਦਾਂ ਹੁੰਦੀ ਹੈ ਕਿ ਪੰਜਾਬ ਸਰਕਾਰ ਆਪਣਾ ਪੈਨਲ ਭੇਜਦੀ ਹੈ, ਉਸ ਪੈਨਲ ਨੂੰ ਜਿਹੜੀ UT ਦੀ ਐਡਮਿਨਿਸਟ੍ਰੇਸ਼ਨ ਆ ਪਹਿਲਾਂ ਉਹ ਨਿਗਾਹ ਮਾਰਦੀ ਹੈ ਕਿ ਕੀ ਇਹ ਰੱਖੇ ਜਾ ਸਕਦੇ ਆ। ਪਲੱਸ ਫਿਰ ਜਿਹੜੀ ਉਹ ਪੈਨਲ ਦੀ ਰਿਪੋਰਟ ਆ ਅੱਗੇ ਗਵਰਨਰ ਕੋਲ ਜਾਂਦੀ ਆ। ਗਵਰਨਰ ਉਹਦੀ ਜਾਂਚ ਪੜਤਾਲ ਜਿੱਦਾਂ ਵੀ ਉਹ ਦੇਖਦੇ ਨੇ, ਆਪਣੇ ਜੋ ਕ੍ਰਾਈਟੀਰੀਆ ਮੈਚ ਕਰਦੇ ਆ ਕਿ ਨਹੀਂ। ਉਸ ਤੋਂ ਬਾਅਦ ਉਹ ਫਾਈਲ ਗਵਰਨਰ ਤੋਂ ਪਾਸ ਹੋਣ ਤੋਂ ਬਾਅਦ ਮਿਨਿਸਟਰੀ ਆਫ ਹੋਮ ਅਫੇਅਰਸ MHA ਕੋਲ ਜਾਂਦੀ ਹੈ। ਉਹਦੇ ਤੋਂ ਬਾਅਦ ਫਿਰ ਅੱਗੇ ਜਿਹੜੀ ਸੈਂਟਰ ਸਰਕਾਰ ਦੀ ਕੈਬਨਿਟ ਦੀ ਕਮੇਟੀ ਹੈ, ਉਹਦੇ ਵਿੱਚ ਉਹ ਫਾਈਲ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਪ੍ਰਾਈਮ ਮਿਨਿਸਟਰ ਆਫਿਸ ਹੈ, ਪ੍ਰਾਈਮ ਮਿਨਿਸਟਰ ਆ, ਉਹ ਅਪਰੂਵ ਕਰਦੇ ਆ। ਫਿਰ ਜਾ ਕੇ ਕਿਤੇ ਉੱਥੇ
इस सिटको ਦੇ MD ਦੀ ਪੋਸਟ ਜਿਹੜੀ ਉਹ ਤੈਅ ਹੁੰਦੀ ਹੈ। ਹੁਣ ਇਹ ਸਾਰੇ ਪ੍ਰੋਟੋਕੋਲ ਦੇ ਵਿੱਚ ਜੋ ਚੀਜ਼ ਲੈਕਿੰਗ ਰਹੀ ਹੈ, ਇਹ ਦੱਸਿਆ ਜਾ ਰਿਹਾ UT ਐਡਮਿਨਿਸਟ੍ਰੇਸ਼ਨ ਵੱਲੋਂ, ਜਿਹਦਾ ਕੋਈ ਪੁਖਤਾ ਸਬੂਤ ਨਹੀਂ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਈ ਪੈਨਲ ਭੇਜਿਆ ਹੀ ਨਹੀਂ ਗਿਆ। ਸਿਟਕੋ ਦੇ MD ਨੂੰ ਪੰਜਾਬ ਦੇ ਕੈਡਰ ਚੋਂ ਨਾ ਲੈ ਕੇ UT ਦੇ ਕੈਡਰ ਦੇ ਵਿੱਚੋਂ ਲੈਣ ਦੇ ਨਾਲ ਦੋ ਤਰ੍ਹਾਂ ਦੀਆਂ ਚੀਜ਼ਾਂ ਮੈਂ ਇੱਥੇ ਕਹਿਣਾ ਚਾਹੁੰਦੀ ਹਾਂ। ਪਹਿਲੀ ਗੱਲ ਤਾਂ ਇਹ ਕਿ ਇੱਦਾਂ ਸੋਚਿਆ ਜਾਂਦਾ ਹੈ ਕਿ ਇੱਦਾਂ ਸੋਚਿਆ ਜਾ ਰਿਹਾ ਹੈ ਕਿ ਜਿਹੜਾ ਪੰਜਾਬ ਦੇ ਹੱਕ ਆ ਉਹਨਾਂ ਨੂੰ, ਪੰਜਾਬ ਨੂੰ ਸਾਈਡਲਾਈਨ ਕੀਤਾ ਜਾ ਰਿਹਾ UT ਦੇ ਵਿੱਚੋਂ, ਕਿ UT ਦੇ ਵਿੱਚ ਜ਼ਿਆਦਾ ਪੰਜਾਬ ਦੀ ਜਿਹੜੀ ਪਹੁੰਚ ਆ, ਅਪਰੋਚ ਆ ਜਾਂ ਠੋਸ ਉਹਦਾ ਆਧਾਰ UT ਦੇ ਵਿੱਚ ਉਹਦੇ EMPLOYEES ਨਾ ਹੋਣ, ਇਸ ਕਰਕੇ ਪੰਜਾਬ ਨੂੰ ਬਾਹਰ ਕਰਨ ਦੀ ਕੋਸ਼ਿਸ਼ ਆ। ਔਰ ਦੂਸਰੀ ਇਹਦੇ ਵਿੱਚ ਜੋ ਗਲਤੀ ਸਾਫ਼ ਤੌਰ 'ਤੇ ਨਜ਼ਰ ਆਉਂਦੀ ਆ, ਉਹ ਇੱਕ ਤਰ੍ਹਾਂ ਨਾਲ ਇੱਕ ਐਕਸਪਰਟ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਵਾਇਲੇਸ਼ਨ ਆਫ ਲਾਅ ਹੈ। ਉਹ ਕੀ ਹੈ ਕਿ ਜਿਹੜਾ MD ਹੈ, ਸਿਟਕੋ ਦਾ MD ਹੋਏਗਾ, ਉਹ ਹਮੇਸ਼ਾ ਹੀ IAS ਕੈਡਰ ਤੋਂ ਹੋਏਗਾ। ਪਰ ਜਿਹੜਾ ਸਿਟਕੋ ਦੇ ਲਗਾਏ ਗਏ ਨੇ MD, ਉਹ ਵੀ ਇੱਕ ਮਹਿਲਾ ਆ, ਉਹਨਾਂ ਦਾ ਅਗਰ ਕੈਡਰ ਦੇਖਿਆ ਜਾਵੇ ਤਾਂ ਉਹ IFS ਨੇ, ਉਹ IAS ਕੈਡਰ ਨੂੰ ਬਿਲੋਂਗ ਨਹੀਂ ਕਰਦੇ, ਪਰ ਬਾਵਜੂਦ ਇਸ ਦੇ ਵੀ ਉਹਨਾਂ ਨੂੰ ਉੱਥੇ ਲਗਾ ਦਿੱਤਾ ਗਿਆ। ਸੋ ਇਹ ਵੀ ਇੱਕ ਐਕਸਪਰਟਸ ਵੱਲੋਂ ਕਿਹਾ ਜਾ ਰਿਹਾ ਕਿ ਵਾਇਲੇਸ਼ਨ ਆਫ ਲਾਅ ਹੈ। ਹੁਣ ਇੱਥੇ ਮੈਂ ਨਾਲ ਇਹ ਦੱਸ ਦੇਣਾ ਚਾਹੁੰਦੀ ਕਿ ਜਿਹੜੇ MD ਹੁਣ ਲਗਾਏ ਗਏ ਨੇ, ਉਹ ਇਸੇ ਹੀ ਸਿਟਕੋ ਦੇ ਵਿੱਚ ਕੰਮ ਕਰਦੇ ਸੀ ਐਜ਼ ਐਡੀਸ਼ਨਲ MD, ਮਤਲਬ MD ਦੇ ਥੱਲੇ ਇੱਕ ਪੋਸਟ ਐਡੀਸ਼ਨਲ MD 'ਤੇ ਉਹ ਕੰਮ ਕਰਦੇ ਸੀ। ਸੋ ਉਹਨਾਂ ਨੂੰ ਹੀ ਅੱਗੇ MD ਦੀ ਪੋਸਟ 'ਤੇ ਪ੍ਰਮੋਟ ਕਰ ਦਿੱਤਾ ਗਿਆ ਹੈ। ਹੁਣ ਇੱਥੇ ਗੱਲ ਇਹ ਹੈ ਕਿ ਅਗਰ ਇਸ MD ਨੂੰ, ਜੋ ਐਡੀਸ਼ਨਲ MD ਨੂੰ, ਜੋ IFS ਕੈਡਰ ਦੇ ਨੇ, ਹੋਣੇ ਚਾਹੀਦੇ ਸੀ IAS ਕੈਡਰ ਦੇ, ਅਗਰ ਉਹਨਾਂ ਨੂੰ 3 ਮਹੀਨੇ ਤੱਕ ਸਰਕਾਰ ਬਣਾਈ ਰੱਖਦੀ ਆਪਣੀ ਜਗ੍ਹਾ ਦੇ ਉੱਤੇ, ਤਾਂ ਉਹਦੇ ਲਈ ਜਿਹੜਾ ਪ੍ਰਾਈਮ ਮਿਨਿਸਟਰ ਦੀ ਅਪਰੂਵਲ ਬਹੁਤ ਜ਼ਰੂਰੀ ਹੈ ਜਾਂ ਸੈਂਟਰ ਦੀ ਅਪਰੂਵਲ ਬਹੁਤ ਜ਼ਰੂਰੀ ਹੋਏਗੀ, ਕਿਉਂਕਿ ਇੱਦਾਂ ਨਹੀਂ ਬਣਾਇਆ ਜਾ ਸਕਦਾ। ਸਿਰਫ ਔਰ ਸਿਰਫ IAS ਕੈਡਰ ਦੇ ਅਧਿਕਾਰੀ ਨੂੰ ਹੀ ਬਣਾਇਆ ਜਾ ਸਕਦਾ, ਪਰ 3 ਮਹੀਨੇ ਦੇ ਲਈ IFS ਕੈਡਰ ਜਾਂ ਕੋਈ ਵੀ ਹੋਰ ਕੈਡਰ ਹੋਵੇ, ਉਹਨੂੰ 3 ਮਹੀਨੇ ਦੇ ਲਈ ਰੱਖਿਆ ਜਾ ਸਕਦਾ। ਪਰ ਜੇ 3 ਮਹੀਨੇ ਤੋਂ ਵੱਧ ਵਧਾਉਣਾ ਹੋਏਗਾ ਤਾਂ ਇਸ ਪ੍ਰੋਸੈਸ ਨੂੰ ਦੁਬਾਰਾ ਸੈਂਟਰ ਨੂੰ ਇੰਟਰਵੀਨ ਕਰਨਾ ਪਏਗਾ 3 ਮਹੀਨਿਆਂ ਬਾਅਦ। ਅੱਗੇ ਗੱਲ ਕਰਦੇ ਹਾਂ ਕਿ ਸਿਟਕੋ ਦਾ ਇਤਿਹਾਸ ਕੀ ਰਿਹਾ ਜਾਂ ਸਿਟਕੋ ਦੇ ਅੰਦਰ ਕੀ ਅਦਾਰੇ ਆਉਂਦੇ ਨੇ, ਕੀ ਇਹਦਾ ਕੰਮਕਾਰ ਹੈ। ਸਿਟਕੋ ਜਿਹੜਾ 1974 ਦੇ ਵਿੱਚ, ਜਦੋਂ ਚੰਡੀਗੜ੍ਹ ਦੇ ਵਿੱਚ ਸਮਾਲ ਇੰਡਸਟਰੀ ਨੂੰ ਡਿਵੈਲਪ ਕਰਨ ਦੇ ਲਈ ਇੱਕ ਕੋਆਪਰੇਸ਼ਨ ਬਣਾਈ ਗਈ ਸੀ, ਉਸ ਕੋਆਪਰੇਸ਼ਨ ਉਸ ਟਾਈਮ ਸਿਟਕੋ ਨਹੀਂ ਸੀ, ਸਿਟਕੋ ਬਾਅਦ ਵਿੱਚ ਹੋਂਦ ਵਿੱਚ ਆਉਂਦਾ। ਸਭ ਤੋਂ ਪਹਿਲਾਂ ਸੀ CSIDC, ਚੰਡੀਗੜ੍ਹ ਸਮਾਲ ਇੰਡਸਟਰੀ ਡਿਵੈਲਪਮੈਂਟ ਕੋਆਪਰੇਸ਼ਨ। ਬਟ 1982 ਦੇ ਅਰਾਊਂਡ, ਇਸੇ ਦੇ ਲਗਭਗ, ਚੰਡੀਗੜ੍ਹ ਦੇ ਵਿੱਚ ਜਿਹੜੇ ਹੋਟਲਸ ਆ ਜਿਵੇਂ ਮਾਊਂਟ ਵਿਊ, ਉਹਦੀ ਦੇਖ ਰੇਖ ਦਾ ਕੰਮ ਵੀ ਇਸ ਜਿਹੜਾ CSIDC ਇਹਨੂੰ ਦੇ ਦਿੱਤਾ ਗਿਆ। ਔਰ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ CSIDC ਨੂੰ ਸਾਰੇ ਹੋਟਲਸ ਦੇ ਕੰਮਕਾਰ ਔਰ ਚੰਡੀਗੜ੍ਹ ਦੇ ਟੂਰਿਜ਼ਮ ਦੇ ਕੰਮਕਾਰ ਵੀ ਦੇ ਦਿੱਤੇ ਗਏ, ਤਾਂ ਫਿਰ ਇਹਦਾ ਨਾਮ ਬਦਲਦਾ ਹੈ, ਸਿਟਕੋ ਪੈਂਦਾ। ਪਹਿਲਾਂ CSIDC ਔਰ ਬਾਅਦ ਵਿੱਚ CITCO ਪੈਂਦਾ, ਤਾਂ ਕਿ ਇਹਦੇ ਵਿੱਚ ਇੰਡਸਟਰੀ ਦਾ ਵੀ ਔਰ ਟੂਰਿਜ਼ਮ ਦਾ ਵੀ ਦੋਨੋਂ ਕੰਮ ਇਸ ਆਰਗੇਨਾਈਜੇਸ਼ਨ ਨੇ ਸੰਭਾਲਣੇ ਸੀ। ਅੱਜ ਦੇ ਟਾਈਮ ਦੇ ਵਿੱਚ ਸਿਟਕੋ ਜਿਹੜੀ ਆ ਉਹ ਚੰਡੀਗੜ੍ਹ ਦੀਆਂ ਸਮਾਲ ਇੰਡਸਟਰੀਜ਼ ਐਂਡ ਟੂਰਿਜ਼ਮ ਨੂੰ ਸਾਂਭਦੀ ਹੈ। ਟੂਰਿਜ਼ਮ ਵਾਲੀ ਪੁਆਇੰਟਸ 'ਤੇ ਆਪਾਂ ਕਾਫੀ ਵਿਜ਼ਿਟ ਵੀ ਕੀਤਾ ਹੋਏਗਾ, ਲਾਈਕ ਜਿਹੜੀ ਉਹ ਡਬਲ ਡੈਕਰ ਬੱਸ ਚੰਡੀਗੜ੍ਹ ਦੀ ਕਾਫੀ ਫੇਮਸ ਫੇਰੀ ਦੇ ਲਈ ਜਾਂ ਘੁੰਮਣ ਦੇ ਲਈ, ਜਿਹੜੀਆਂ ਫਿਲਮਾਂ ਗਾਣਿਆਂ ਦੀ ਸ਼ੂਟਿੰਗਸ ਦੇ ਵਿੱਚ ਪਹਿਲਾਂ ਹੁੰਦੀ ਸੀ। ਖੈਰ ਹੁਣ ਤਾਂ ਟੋਰਾਂਟੋ ਦੀਆਂ ਗੱਲਾਂ ਹੁੰਦੀਆਂ, ਬਰੈਂਪਟਨ ਦੀਆਂ ਗੱਲਾਂ ਹੁੰਦੀਆਂ, ਪਹਿਲਾਂ ਚੰਡੀਗੜ੍ਹ ਦੀਆਂ ਗੱਲਾਂ ਹੀ ਹੁੰਦੀਆਂ ਸੀ। ਨਾਲ ਜਿਹੜਾ ਸੁਖਨਾ ਲੇਕ ਦੇ ਉੱਤੇ ਜਿਹੜਾ ਕੈਫੇ ਆ, ਉਹ ਵੀ ਸਿਟਕੋ ਵੱਲੋਂ ਮੈਨੇਜ ਕੀਤਾ ਜਾਂਦਾ ਹੈ। ਮਾਊਂਟ ਵਿਊ ਹੋਟਲ ਐਂਡ ਸ਼ਿਵਾਲਿਕ ਹੋਟਲ, ਪਾਰਕ ਵਿਊ ਹੋਟਲ ਐਂਡ ਹੋਰ ਵੀ ਕੈਫੇਟੇਰੀਆ, ਜਿਹੜਾ ਕਲਾਗ੍ਰਾਮ ਮਨੀ ਮਾਜਰਾ ਦੇ ਵਿੱਚ ਇੱਕ ਬੈਠਕ ਨਾਮ ਤੋਂ ਕਾਫੀ ਕਲਚਰਲ ਰੈਸਟੋਰੈਂਟ ਬਣਾਇਆ ਗਿਆ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਿਟਕੋ ਮੈਨੇਜ ਕਰਦੀ ਹੈ। ਨਾਲ ਹੀ ਜਿਹੜੇ ਕਈ ਪੈਟਰੋਲ ਪੰਪਸ ਵੀ ਸਿਟਕੋ ਦੇ ਅੰਡਰ ਆਉਂਦੇ ਆ। ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਇੱਥੇ ਇੱਕ ਪੱਖ ਇਹ ਵੀ ਰੱਖਣਾ ਬਹੁਤ ਜ਼ਰੂਰੀ ਹੈ ਕਿ ਚਾਹੇ ਚੰਡੀਗੜ੍ਹ ਦੇ ਵਿੱਚ ਆਪਾਂ ਨੂੰ 60% ਪੰਜਾਬ ਨੂੰ ਕੋਟਾ ਹੈ, ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਰੇਸ਼ੋ ਹੈ ਕਿ 60% ਪੰਜਾਬ ਤੋਂ ਇੰਪਲੋਈਜ਼ ਆ ਕੇ ਅਸਾਮੀਆਂ ਭਰੀਆਂ ਜਾਣਗੇ ਔਰ 40% ਹਰਿਆਣਾ ਤੋਂ ਆਉਣਗੇ। ਪਰ ਅਗਰ ਆਪਾਂ ਗਰਾਊਂਡ ਲੈਵਲ 'ਤੇ ਦੇਖੀਏ ਤਾਂ ਪੁਲਿਸ ਦੇ ਵਿੱਚ ਵੀ ਔਰ ਐਜੂਕੇਸ਼ਨ ਡਿਪਾਰਟਮੈਂਟਾਂ ਦੇ ਵਿੱਚ, ਕਿਉਂਕਿ ਇਹਨਾਂ ਦੋਨਾਂ ਦਾ ਐਕਸਪੀਰੀਅੰਸ ਹੈ, ਇਹ ਦੋਨੋਂ ਆਮ ਦਿਖਦੇ ਨੇ। ਇਹਨਾਂ ਦੇ ਵਿੱਚ ਜਿਹੜੀ ਚੰਡੀਗੜ੍ਹ ਦੀ ਪੰਜਾਬ ਦੀ ਜਿਹੜੀ 60% ਰੇਸ਼ੋ ਆ, ਉਹ ਕਿਤੇ ਵੀ ਪੂਰੀ ਹੁੰਦੀ ਦਿਖਦੀ ਨਹੀਂ ਹੈਗੀ। ਸੋ ਪੰਜਾਬ ਦੀਆਂ ਸਰਕਾਰਾਂ ਵੱਲੋਂ ਵੀ ਬਹੁਤ ਵੱਡੀ ਉਹਨਾਂ ਦੀ ਨਾਕਾਮਯਾਬੀ ਆ, ਜਾਂ ਉਹਨਾਂ ਦੀ ਇੱਕ ਤਰ੍ਹਾਂ ਨਾਲ ਨਲਾਇਕੀ ਕਹਿ ਸਕਦੇ ਹਾਂ, ਕਿ ਅਗਰ ਚੰਡੀਗੜ੍ਹ ਦੇ ਵਿੱਚ 60% ਰੇਸ਼ੋ ਦੀਆਂ ਅਸਾਮੀਆਂ ਆਪਾਂ ਭਰਨੀਆਂ ਨੇ ਪੰਜਾਬ ਨੇ, ਤਾਂ ਪੰਜਾਬ ਦੀਆਂ ਪਿਛਲੇ 1.5-2 ਦਹਾਕੇ ਦੀਆਂ ਸਰਕਾਰਾਂ ਨੇ ਇਹ ਅਸਾਮੀਆਂ ਕਿਉਂ ਨਹੀਂ ਭਰੀਆਂ। 60% ਰੇਸ਼ੋ ਜੋ ਪੰਜਾਬ ਨੂੰ ਮਿਲੀ ਹੋਈ ਅੱਜ ਦੇ ਸਮੇਂ ਦੇ ਵਿੱਚ, ਉਹ ਪੂਰੀ ਨਹੀਂ ਹੈ ਪੰਜਾਬ ਦੇ ਵਿੱਚ। ਪੰਜਾਬ 'ਚ ਸਰਕਾਰਾਂ ਰਹੀਆਂ, ਬਾਦਲ ਸਰਕਾਰ ਐਂਡ ਕੈਪਟਨ ਸਰਕਾਰ, ਦੋਨਾਂ ਵੇਲਿਆਂ ਦੇ ਵਿੱਚ ਹੀ ਮੈਨੂੰ ਇਹ ਕਿਤੇ ਵੀ ਦੇਖਣ ਨੂੰ ਨਹੀਂ ਮਿਲਿਆ ਕਿ 60% ਪੰਜਾਬ ਦੀਆਂ ਜਿਹੜੀਆਂ ਅਸਾਮੀਆਂ UT ਦੇ ਵਿੱਚ ਆ, ਉਹ ਇਹਨਾਂ ਪੰਜਾਬ ਦੀਆਂ ਸਰਕਾਰਾਂ ਨੇ ਆਪਣਾ ਹੱਕ ਜਿਹੜਾ ਆ ਉਹ ਐਕਸਰਸਾਈਜ਼ ਕੀਤਾ ਹੋਵੇ, ਇੱਥੇ ਆਪਣੇ ਲੋਕਾਂ ਨੂੰ, ਆਪਣੇ ਸਾਰਿਆਂ ਨੂੰ ਜੌਬ ਦਿੱਤੀ ਹੋਵੇ। ਪੰਜਾਬ ਦੇ ਵਿੱਚ ਆਲਰੇਡੀ ਬੇਰੁਜ਼ਗਾਰੀ ਬਹੁਤ ਹੈ, ਆਪਾਂ ਨੂੰ ਪਤਾ ਯੂਥ ਬਾਹਰ ਜਾ ਰਿਹਾ, ਔਰ ਜਿਹੜਾ ਇੱਥੇ ਹੈ ਵੀ ਆ ਉਹ ਵੀ ਵੱਡੇ ਸ਼ਹਿਰਾਂ ਨੂੰ ਮੂਵ ਕਰਨਾ ਪੈਂਦਾ ਕਿਉਂਕਿ ਨੌਕਰੀਆਂ ਨਹੀਂ ਮਿਲਦੀਆਂ। ਸੋ ਵਾਈ ਨਾਟ ਪੰਜਾਬ ਦੀ ਸਰਕਾਰ ਇਹ
ਆਲਸਪੂਣਾ ਕਿਉਂ ਦਿਖਾਉਂਦੀ ਹੈ ਕਿ 60% ਰੇਸ਼ੋ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਆਪਣੀਆਂ ਅਸਾਮੀਆਂ ਦੀ ਨਾਂ ਪੂਰੀ ਕਰਕੇ। ਸੋ ਹੁਣ ਜਿਹੜਾ ਵੀ ਚੰਡੀਗੜ੍ਹ ਦੇ ਉੱਤੇ ਜੋ ਸੈਂਟਰ ਦੀ ਸਰਕਾਰ ਵੱਲੋਂ ਐਕਟੀਵਿਟੀਜ਼ ਕੀਤੀਆਂ ਜਾ ਰਹੀਆਂ, ਜਿਵੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਾਂ ਜਿਸ ਤਰ੍ਹਾਂ ਹੁਣ ਇਹਦੇ ਵੀ ਸਿਟਕੋ ਦੇ ਉੱਤੇ ਵੀ ਇੱਕ ਬਹੁਤ ਵੱਡਾ ਇਸ਼ੂ ਬਣ ਗਿਆ ਇਹਦੇ ਨਾਲ, ਚੰਡੀਗੜ੍ਹ ਦੇ ਨਾਲ, ਕਿਉਂਕਿ ਚੰਡੀਗੜ੍ਹ ਇੱਕ ਤਰ੍ਹਾਂ ਦੇ ਨਾਲ ਪੰਜਾਬ ਦੇ ਨਾਲ ਐਦਾਂ ਪਰਸੀਵ ਕੀਤਾ ਜਾਂਦਾ ਹੈ ਕਿ ਇੱਕ ਧੋਖਾ ਕੀਤਾ ਗਿਆ, ਕਿ ਇਹਨੂੰ ਇੱਕ ਡਿਸਪਿਊਟ ਬਣਾ ਦਿੱਤਾ ਗਿਆ, ਚੰਡੀਗੜ੍ਹ ਪੰਜਾਬ ਦਾ ਹਿੱਸਾ ਸੀ, ਨਹੀਂ ਦਿੱਤਾ ਗਿਆ। ਸੋ ਇਹੋ ਜਿਹੀਆਂ ਭਾਵਨਾਵਾਂ ਜਦੋਂ ਲੋਕਾਂ ਦੀਆਂ ਨੂੰ ਠੇਸ ਪਹੁੰਚਦੀ ਹੈ ਤਾਂ ਫਿਰ ਇਹ ਜਿਹੜੇ ਮੁੱਦੇ ਆ ਕੱਲ੍ਹ ਨੂੰ ਹੋਰ ਕਿਸੇ ਰੰਗ ਦੇ ਵਿੱਚ ਪੰਜਾਬ ਨੂੰ ਗਲਤ ਪਾਸੇ ਨੂੰ ਲੈ ਕੇ ਜਾ ਸਕਦੇ ਆ, ਜਦ ਕਿ ਇਹਨਾਂ ਮੁੱਦਿਆਂ ਦੇ ਪਿੱਛੇ ਜੋ ਆਪਾਂ ਨੂੰ ਦੇਖਣ ਨੂੰ ਲੱਗਦਾ, ਜੋ ਆਪਾਂ ਸਮਝ ਸਕਦੇ ਹਾਂ, ਪਿਓਰਲੀ ਐਂਡ ਪਿਓਰਲੀ ਸਿਰਫ ਰਾਜਨੀਤੀ ਇਨਵੋਲਵਡ ਹੈ। ਦੋ ਤਰ੍ਹਾਂ ਦੀ ਰਾਜਨੀਤੀ ਹੈ, ਇੱਕ ਰਾਜਨੀਤੀ ਹੈ ਜਿਹੜੀ ਸਾਰੇ ਕੁਛ ਨੂੰ ਇੱਕ ਕਰਕੇ ਦੇਖਣਾ ਚਾਹੁੰਦੀ ਹੈ, ਔਰ ਦੂਸਰੀ ਰਾਜਨੀਤੀ ਜਿਹੜੀ ਕਹਿੰਦੀ ਹੈ ਕਿ ਸੂਬੇ ਦੇ ਅਧਿਕਾਰ, ਸੂਬੇ ਦੇ ਅਧਿਕਾਰ। ਸੋ ਆਲ ਇੰਡੀਆ ਲੈਵਲ ਦੀ ਰਾਜਨੀਤੀ ਔਰ ਖੇਤਰੀ ਰਾਜਨੀਤੀ ਜੋ ਪੰਜਾਬ ਦੀ ਆਪਣੀ ਪੋਲੀਟਿਕਸ ਹੈ, ਸੋ ਇਹ ਦੋਨਾਂ ਦੀ ਲੜਾਈ ਹੈ। ਔਰ ਇੱਥੇ ਪ੍ਰੋਬਲਮ ਇਹ ਹੈ ਕਿ ਜਿਹੜੀ ਆਲ ਇੰਡੀਆ ਲੈਵਲ ਦੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਆਪਣਾ ਬੇਸ ਸਥਾਪਿਤ ਨਹੀਂ ਕਰ ਪਾਈ। ਸੋ ਇੱਕ ਤਰ੍ਹਾਂ ਦੇ ਨਾਲ ਉਸ ਆਲ ਇੰਡੀਆ ਲੈਵਲ ਦੀ ਪਾਰਟੀ ਦੇ ਲਈ, ਜੋ ਸੱਤਾਧਾਰੀ ਪਾਰਟੀ ਹੈ ਕੇਂਦਰ ਦੇ ਵਿੱਚ, ਉਹਦੇ ਲਈ ਪੰਜਾਬ ਤੇ ਆਪਣਾ ਦਬਦਬਾ ਬਣਾਉਣ ਦੇ ਲਈ ਉਹਨਾਂ ਨੂੰ ਇੱਕ ਲੂਜ਼ ਐਂਡ ਮਿਲ ਚੁੱਕਾ, ਐਂਡ ਦੈਟ ਲੂਜ਼ ਐਂਡ ਇਜ਼ ਚੰਡੀਗੜ੍ਹ। ਥੈਂਕ ਯੂ ਸੋ ਮਚ ਫॉर ਵਾਚਿੰਗ।